ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਲੜੀਵਾਰ ਵਿਚਾਰ ਸਤਿਗੁਰਾਂ ਦੀ ਪ੍ਰਾਰੰਭ ਹੈ ਸਰਵਣ ਕਰ ਰਹੇ ਹੋ। ਸੋ ਪਿੱਛੇ ਸਾਡੀ ਵਿਚਾਰ ਲੰਘ ਚੁੱਕੇ ਦਿਨਾਂ ਦੇ ਵਿੱਚ 9 ਅਸ਼ਟਪਦੀਆਂ ਤੱਕ ਮੁਕੰਮਲ ਵਿਚਾਰ ਹੋਈ ਸੀ। ਆਓ ਅੱਜ 10ਵੀਂ ਅਸ਼ਟਪਦੀ ਦਾ ਸ਼ਲੋਕ ਪ੍ਰਾਰੰਭ ਹੋਣ ਜਾ ਰਿਹਾ ਹੈ। ਸਤਿਗੁਰੂ ਜੀ ਨੇ ਹਰ ਇੱਕ ਅਸ਼ਟਪਦੀ ਦੇ ਆਰੰਭ ਤੋਂ ਪਹਿਲਾਂ ਇੱਕ ਸ਼ਲੋਕ ਉਚਾਰਨ ਕੀਤਾ ਹੈ। ਜਿਵੇਂ ਆਪ ਜੀ ਨੂੰ ਸਾਰਾ ਪਤਾ ਹੀ ਹੈ ਕਿ 24 ਸ਼ਲੋਕ, 24 ਹੀ ਅਸ਼ਟਪਦੀਆਂ ਔਰ 24,000 ਅੱਖਰ ਹੈ ਇਸ ਗੁਰਬਾਣੀ ਦਾ। ਸੋ ਆਓ ਇਸ ਸ਼ਲੋਕ ਦੇ ਨਾਲ ਅਸ਼ਟਪਦੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਾਹਿਗੁਰੂ ਸਾਹਿਬ ਜੀ। ਸ਼ਲੋਕ। ਉਸਤਤ ਕਰਹਿ ਅਨੇਕ ਜਨ, ਅੰਤ ਨ ਪਾਰਾਵਾਰ। ਉਸ ਪਰਮੇਸ਼ਰ ਦੀ ਅਨੇਕਾਂ ਪੁਰਖ ਉਸਤਤ ਕਰਦੇ ਹਨ। ਉਸਤਤ ਕਰਨ ਵਾਲਿਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨਕ ਪ੍ਰਕਾਰ। ਸਤਿਗੁਰੂ ਜੀ ਸ਼ਲੋਕ ਦੇ ਵਿੱਚ ਦੱਸ ਰਹੇ ਆ ਕਿ ਭਾਈ ਵਾਹਿਗੁਰੂ ਪ੍ਰਭੂ ਦੀ ਇਹੋ ਜਿਹੀ ਰਚਨਾ ਰਚੀ ਹੈ, ਬਹੁਤ ਵਿਧੀਆਂ ਦੀ, ਅਨੇਕ ਪ੍ਰਕਾਰ ਦੀ। ਕੋਈ ਇਸ ਰਚਨਾ ਵਿੱਚ ਰਾਜਸੀ ਹੈ, ਕੋਈ ਇਸ ਰਚਨਾ ਦੇ ਵਿੱਚ ਤਾਮਸੀ ਹੈ, ਕੋਈ ਪਰਮੇਸ਼ਰ ਦੀ ਰਚਨਾ ਵਿੱਚ ਸਾਂਤਕੀ ਹੈ, ਅਤੇ ਕੋਈ 3 ਗੁਣੀ ਹੈ, 4 ਖਾਣੀਆਂ, ਅੰਡਜ, ਜੇਰਜ, ਸੇਤਜ, ਉਤਪੁਜ ਆਦਿ ਦੀ ਅਨੇਕਾਂ ਰੰਗਾਂ ਰੂਪਾਂ ਦੀ ਰਚਨਾ ਮਹਾਰਾਜ ਨੇ ਰਚੀ ਹੈ। ਅੱਗੇ ਸਤਿਗੁਰੂ ਅਸ਼ਟਪਦੀ, ਇਹ 8 ਪਦਿਆਂ ਵਾਲੀ ਅਸ਼ਟਪਦੀ ਹੈ, 8 ਬੰਦਾਂ ਵਾਲੀ ਇਹ ਅਸ਼ਟਪਦੀ ਹੈ। ਕਈ ਕੋਟ ਹੋਏ ਪੂਜਾਰੀ। ਹੁਣ ਸਤਿਗੁਰੂ ਜੀ ਜੋ ਸ਼ਲੋਕ ਉਚਾਰ ਕੇ ਆਏ ਆ, ਉਸ ਸ਼ਲੋਕ ਦੀ ਵਿਆਖਿਆ ਇਸ ਸਾਰੀ 8 ਪਦਿਆਂ ਦੇ ਵਿੱਚ ਕਰਨਗੇ। ਸਤਿਗੁਰੂ ਫਰਮਾ ਰਹੇ ਹੈ, ਭਾਈ ਕਈ ਕਰੋੜ ਸਾਧ ਸੰਗਤ ਜੀ ਪੂਜਾ ਕਰਨ ਵਾਲੇ ਪੁਜਾਰੀ ਹੋਏ ਹਨ। ਸੋ ਪੂਜਾ ਵੀ ਕਰੀ ਜਾਂਦੇ ਆ, ਹਰ ਵਕਤ ਟੱਲੀਆਂ ਹੀ ਖੜਕਾਈ ਜਾਂਦੇ ਆ ਠਾਕੁਰਾਂ ਅੱਗੇ। ਇਸ ਪ੍ਰਕਾਰ ਦੇ ਪੁਜਾਰੀ ਵੀ ਹਨ। ਕਈ ਕਰੋੜਾਂ ਇਹੋ ਜਿਹੇ ਹਨ, ਨਰਕ ਆਦਿਕਾਂ ਨੂੰ, ਦੁੱਖਾਂ ਨੂੰ, ਕਾਮ ਆਦਿਕਾਂ ਦੀ ਜਿਹੜੀ ਪੂ ਪਈ ਹੋਈ ਹੈ, ਉਹਨੂੰ ਬ੍ਰਹਮ ਦੀ ਅੱਗ ਕਰਕੇ ਜਾਣਨ ਵਾਲੇ ਹੈਣਗੇ। ਕਈ ਪੂਜਾ ਦੇ ਅਰੀ ਹਨ, ਪੂਜਾ ਦਾ ਤਿਆਗ ਕਰਦੇ ਆ, ਪੂਜਾ ਨੂੰ ਜ਼ਹਿਰ ਸਮਝਦੇ ਆ, ਇਸ ਪ੍ਰਕਾਰ ਦੇ ਤਿਆਗੀ ਹਨ। ਕਈ ਪਰਮੇਸ਼ਰ ਨੂੰ ਪੂਜਣ ਵਾਲੇ ਪੂਜਕ ਹਨ। ਕਈ ਕੋਟ ਆਚਾਰ ਵਿਵਹਾਰੀ। ਇੱਥੇ ਅਸੀਂ ਆਚਾਰ ਨੂੰ ਅਚਾਰ ਨਹੀਂ ਪੜ੍ਹਨਾ,
ਇੱਥੇ ਆੜੇ ਨੂੰ ਵੀ ਕੰਨਾ ਲੱਗਾ ਹੈ, ਚੱਚੇ ਨੂੰ ਵੀ ਕੰਨਾ ਲੱਗਾ ਹੈ ਤੇ ਰਾਰਾ ਮੁਕਤਾ ਹੈ। ਆਚਾਰ ਪੂਰਾ ਅੱਖਰ ਮਾਤਰਾ ਪੂਰੀ ਪੜ੍ਹਨੀ ਹੈ। ਅਸੀਂ ਕੰਨਾ ਛੱਡ ਜਾਂਦੇ ਹਾਂ ਕਾਹਲੀ ਵਿੱਚ। ਕਾਹਲੀ ਪਤਾ ਨਹੀਂ ਸਾਨੂੰ ਕਿਹੜੇ ਕੰਮਾਂ ਦੀ ਪਈ ਆ। ਅਸੀਂ ਗੁਰਬਾਣੀ ਨੂੰ ਵੀ ਲਗਾ ਮਾਤਰਾ ਨੂੰ ਘਟਾ ਕੇ ਜਾਂ ਵਧਾ ਕੇ ਪੜ੍ਹੀ ਜਾਂਦੇ ਹਾਂ। ਕਈ ਕੋਟ ਆਚਾਰ ਵਿਵਹਾਰੀ। ਸਤਿਗੁਰੂ ਫਰਮਾਉਂਦੇ ਭਾਈ ਕਈ ਕਰੋੜਾਂ ਸ੍ਰੇਸ਼ਟਾਚਾਰ ਕਰਨ ਵਾਲੇ ਆ, ਕਈ ਲੋਕ ਵਿਉਪਾਰੀ ਆ ਕਿ ਇਹ ਕੰਮ ਮੇਰਾ ਕਰ ਦਿਓਗੇ, ਮੈਂ ਤੁਹਾਡੀ ਸੇਵਾ ਕਰ ਦਿਆਂਗਾ। ਕਈ ਕਰਮਾਂ ਦੇ ਕਰਨ ਵਾਲੇ ਆ, ਕਈ ਵਿਹਾਰਾਂ ਦੇ ਕਰਨ ਵਾਲੇ ਆ, ਅਣਗਿਣਤ ਹੀ ਹਨ। ਕਈ ਕੋਟ ਭਏ ਤੀਰਥ ਵਾਸੀ। ਕਈ ਕਰੋੜਾਂ ਅਣਗਿਣਤ ਹੀ ਤੀਰਥਾਂ ਵਿੱਚ ਵਸਣ ਵਾਲੇ ਲੋਕ ਹੋ ਗਏ ਆ, ਜੋ ਤੀਰਥਾਂ ਵਿੱਚ ਵਿਸ਼ਵਾਸ ਰੱਖਦੇ ਆ। ਸੁਭਾਵਾਂ ਵਾਲੇ ਹੋਏ ਹਨ ਸ੍ਰਿਸ਼ਟੀ ਵਿੱਚ ਅਨੇਕ ਤਰ੍ਹਾਂ ਦੇ। ਕਈ ਕੋਟ ਬਨ ਭ੍ਰਮੈ ਉਦਾਸੀ। ਭਾਈ ਕਈ ਕਰੋੜਾਂ ਬਨਾਂ ਵਿੱਚ ਉਦਾਸ ਹੋਏ ਆ, ਦੁਨੀਆ ਤੋਂ ਉਪਰਾਮ ਹੋਏ ਆ, ਵਿਚਰਦੇ ਫਿਰਦੇ ਹਨ। ਕਈ ਕੋਟ ਵੇਦ ਕੇ ਸਰੋਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਮੁਜੱਸਮੇ, ਸ਼ਾਂਤੀ ਦੇ ਸੋਮੇ ਸਤਿਗੁਰੂ ਫਰਮਾਰੇ ਹੈ। ਕਈ ਕਰੋੜਾਂ ਵੇਦਾਂ ਦੇ ਹੀ ਸਰੋਤੇ, ਸਰਵਣ ਕਰਨ ਵਾਲੇ ਹਨ ਵਕਤੇ ਸਰੋਤੇ। ਕਈ ਕੋਟ ਤਪੀਸਰ ਹੋਤੇ। ਕਈ ਕਰੋੜਾਂ ਤਪੀਆਂ ਦੇ ਈਸ਼ਰ, ਬੜੇ ਬੜੇ ਅਗਨ ਹੋਤਰ ਕਰਨ ਵਾਲੇ ਤਪੀਏ ਹੋਏ ਹਨ ਅਤੇ ਹੁੰਦੇ ਪਏ ਹਨ। ਕਈ ਕੋਟ ਆਤਮ ਧਿਆਨ ਧਾਰੈ ਹੈ। ਕਈ ਕਰੋੜਾਂ ਮਨ ਵਿੱਚ ਆਪਣੇ ਆਪ ਦਾ, ਦੇਹ ਦਾ ਹੀ ਧਿਆਨ ਧਾਰੀ ਫਿਰਦੇ ਆ ਕਿ ਮੈਂ ਦੇਹ ਹਾਂ। ਆਪ ਹੀ ਦੇਹ ਨੂੰ ਚਾਰ ਵਾਕੀਏ ਮੰਨੀ ਬੈਠੇ ਹਨ। ਕਹਿੰਦੇ ਹਨ ਸਣ ਟੋਪੀ, ਸਣ ਕੱਪੜੀ, ਜੁੱਤੇ ਸਣੇ ਖੁਦਾ ਬਣੇ ਫਿਰਦੇ ਆ। ਇਉਂ ਆਪਣੇ ਆਪ ਦਾ ਹੀ ਧਿਆਨ ਕਰੀ ਬੈਠੇ ਆ ਕਿ ਮੇਰੀ ਮੁਝ ਕੋ ਬੰਦਨਾ, ਮੁਝ ਕੋ ਹੀ ਨਮਸਕਾਰ ਹੈ। ਕਈ ਆਤਮ ਜੋ ਆਪਣਾ ਆਪ ਰੂਪ ਹੈ, ਸਰਬ ਦਾ ਉਸ ਦਾ ਧਿਆਨ ਕਰਦੇ ਹਨ ਮਨ ਦੇ ਅੰਦਰ। ਕਈ ਕੋਟ ਕਬ ਕਾਬ ਵਿਚਾਰ ਹੈ। ਭਾਈ ਕਈ ਕਰੋੜਾਂ ਕਵਿਤਾ ਪੜ੍ਹਨ ਵਾਲੇ ਕਵੀ ਲੋਕ ਵਾਲਮੀਕ, ਵਿਆਸ ਆਦਿ ਕਵੀ ਹਨ, ਜੋ ਕਵਿਤਾ ਦੀਆਂ ਵਿਚਾਰਾਂ ਕਰਦੇ ਹਨ ਕਿ ਇਹਦੇ 'ਚ ਸ਼ਿੰਗਾਰ ਰਸ ਹੈ, ਇਹਦੇ 'ਚ ਵੀਰ ਰਸ ਹੈ, ਇਹਦੇ 'ਚ ਰੁਦਰ ਰਸ ਹੈ। ਇਉਂ ਕਵਿਤਾ ਦੀਆਂ ਵਿਚਾਰਾਂ ਕਰਦੇ ਹਨ। ਕਈ ਕੋਟ ਨਵ ਤਨ ਨਾਮ ਧਿਆਵੈ ਹੈ। ਭਾਈ ਕਈਆਂ ਨੂੰ ਇਹ ਸ਼ੌਂਕ ਹੈ ਕਿ ਪਰਮੇਸ਼ਰ ਦਾ ਨਵੇਂ ਤੋਂ ਨਵੀਨ ਨਾਮ ਰੱਖਣਾ ਧਿਆਉਣਾ। ਕਈ ਕਰੋੜਾਂ ਨਵੀਨ ਤੋਂ ਨਵੀਨ ਸ਼ੇਸ਼ਨਾਗ ਵਰਗੇ ਆਦਿਕ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਆ। ਨਾਨਕ ਕਰਤੇ ਕਾ ਅੰਤ ਨ ਪਾਵੈ ਹੈ। ਸਤਿਗੁਰੂ ਜੀ ਕਹਿੰਦੇ ਕਿ ਕਰਤੇ ਪੁਰਖ ਦਾ ਕੋਈ ਅੰਤ ਨਹੀਂ ਪਾ ਸਕਦੇ ਹਨ। ਕਈ ਕੋਟ ਭਏ ਅਭਿਮਾਨੀ। ਕਈ ਕਰੋੜਾਂ ਆਪ ਦੇ ਦਿਲ 'ਚ ਹੀ ਮੰਨੀ ਬੈਠੇ ਆ ਕਿ ਮੇਰੇ ਵਰਗਾ ਕੋਈ ਨਹੀਂ ਹੈ। ਐਵੇਂ ਹੰਕਾਰੀ ਹੋਏ ਫਿਰਦੇ ਆ, ਅਭਿਮਾਨ ਚੱਕੀ ਫਿਰਦੇ ਆ ਸਿਰਾਂ ਦੇ ਉੱਪਰ। ਕਈ ਕੋਟ ਅੰਧ ਅਗਿਆਨੀ। ਕਈ ਕਰੋੜਾਂ ਇਹੋ ਜਿਹੇ ਵੀ ਹਨ ਅਗਿਆਨ ਕਰਕੇ ਅੰਧੇ ਹੋਏ ਫਿਰਦੇ ਆ, ਸਮਝ ਹੀ ਨਹੀਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ। ਕਈ ਕੋਟ ਕਿਰਪਨ ਕਠੋਰ। ਭਾਈ ਕਈ ਕਰੋੜਾਂ ਇਹੋ ਜਿਹੇ ਸੂਮ ਆ, ਉਹ ਸੂਮ ਹੋ ਕੇ ਕਿਸੇ ਦਾਨੀ ਨੂੰ ਮਿੱਠਾ ਨਹੀਂ ਬੋਲਦੇ, ਕਿਸੇ ਨੂੰ ਦੇਣਾ ਕੀ ਗਰੀਬ ਨੂੰ, ਕਠੋਰ ਵਾਕ ਬੋਲਦੇ ਹਨ। ਐਸੇ ਸੂਮ ਹਨ। ਕਈ ਕੋਟ ਅਭਿਗ ਆਤਮ ਨਿਕੋਰ। ਕਈ ਕਰੋੜਾਂ ਨਾ ਭਿੱਜਣ ਵਾਲੇ ਕਿਸੇ ਕੋਲੋਂ ਨਹੀਂ ਪਸੀਜਦੇ। ਆਪਣਾ ਮਨ ਵਿਸ਼ੇਸ਼ ਕਰਕੇ ਕੋਰਾ, ਬੜਾ ਕਰੜਾ ਮਨ ਹੈ ਉਹਨਾਂ ਦਾ, ਕੋਰੇ ਕਾਗਜ਼ ਵਰਗਾ, ਕੋਰਾ ਬਚਨ ਹੀ ਬੋਲਦੇ ਹਨ। ਕਈ ਕੋਟ ਪਰ ਦਰਬ ਕੋ ਹਿਰ ਹੈ।
ਭਾਈ ਕਈ ਕਰੋੜਾਂ ਚੋਰ ਹੀ ਐ, ਪਰਾਏ ਧਨ ਨੂੰ ਚਰਾਉਂਦੇ ਹੀ ਰਹਿੰਦੇ ਆ, ਜਾਂ ਵੇਖਦੇ ਹੀ ਰਹਿੰਦੇ ਆ ਖਜ਼ਾਨਿਆਂ ਦੀ ਗਿਣਤੀ। ਕਈ ਕੋਟ ਪਰ ਦੁੱਖ ਨਾ ਕਰਹਿ। ਕਈ ਕਰੋੜਾਂ ਇਹੋ ਜਿਹੇ ਹਨ ਪਰਾਇਆਂ 'ਚ ਦੂਸ਼ਣ ਹੀ ਕੱਢਦੇ ਰਹਿੰਦੇ ਆ ਕਿ ਫਲਾਣੇ 'ਚ ਆਹ ਦੋਸ਼ ਆ, ਉਹਨਾਂ ਦੇ ਦੋਸ਼ ਹੀ ਹੱਥ 'ਚ ਪੈਂਦੇ। ਜਿਹੜੀ ਚੀਜ਼ ਦੇਖਦੇ ਉਸ 'ਚੋਂ ਦੋਸ਼ ਹੀ ਕੱਢਦੇ ਆ। ਕਈ ਕੋਟ ਮਾਇਆ ਸ਼ਰਮ ਮਾਹੇ। ਭਾਈ ਕਈ ਕਰੋੜਾਂ ਮਾਇਆ ਨੂੰ ਇਕੱਠੀ ਕਰਨ ਦੀ ਥਕਾਵਟ ਵਿੱਚ, ਤਕਲੀਫ ਵਿੱਚ ਹੀ ਸ਼ਰਮ ਕਰਦੇ ਰਹਿੰਦੇ ਆ, ਭਾਵ ਮਿਹਨਤ ਮੁਸ਼ੱਕਤ ਕਰਦੇ ਰਹਿੰਦੇ ਆ, ਉਸ ਵਿੱਚ ਹੀ ਲੱਗੇ ਰਹਿੰਦੇ ਆ। ਕਈ ਕੋਟ ਪਰਦੇਸ ਪਰਮਾਹੇ। ਕਈ ਕਰੋੜਾਂ ਪਰਦੇਸਾਂ ਦੇਸ਼ਾਂ ਵਿੱਚ ਹੀ ਭਰਮਦੇ ਫਿਰਦੇ ਹਨ। ਜਿਤ ਜਿਤ ਲਾਭ ਤਿਤ ਤਿਤ ਲਗਨਾ। ਇਹ ਅੰਤਰਜਾਮੀ ਵਾਹਿਗੁਰੂ ਜੀ ਵਾਸ਼ਨਾ ਅਨੁਸਾਰ ਜੀਆਂ ਦੀ ਜਿਸ ਜਿਸ ਪਾਸੇ ਆਪ ਲਾਉਂਦੇ ਹੋ, ਉਸ ਪਾਸੇ ਉਹਨਾਂ ਲੱਗਣਾ ਕੀਤਾ ਹੈ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਕਰਤਾ ਪੁਰਖ ਦੀ ਰਚਨਾ ਨੂੰ ਹੇ ਕਰਤਾ ਤੂੰ ਆਪ ਹੀ ਜਾਣਦਾ ਹੈ, ਜਿਸ ਪ੍ਰਕਾਰ ਦੀ ਇਹ ਰਚਨਾ ਰਚੀ ਹੈ। ਕਈ ਕੋਟ ਸਿੱਧ ਜਤੀ ਜੋਗੀ। ਕਈ ਕਰੋੜਾਂ ਮਹਾਰਾਜ ਸਿੱਧੀਆਂ ਵਾਲੇ 84 ਸਿੱਧ ਹਨ। ਕਈ ਕਰੋੜਾਂ ਜਤੀ ਹਨ ਅਤੇ ਕਈ ਕਰੋੜਾਂ ਜੋਗੀ ਆ, ਜੋ ਜੋਗ ਕਮਾਉਣ ਵਾਲੇ ਪਾਸੇ ਲੱਗੇ ਆ। ਕਈ ਕੋਟ ਰਾਜੇ ਰਸ ਭੋਗੀ। ਕਈ ਕਰੋੜਾਂ ਰਾਜੇ ਲੋਕ ਆ, ਉਹ ਰਸਾਂ ਦਾ ਭੋਗਣਾ ਕਰਦੇ ਆ ਭੋਗੀ ਬਣ ਕੇ। ਕਈ ਕੋਟ ਪੰਖੀ ਸਰਪ ਉਪਾਏ। ਕਈ ਕਰੋੜਾਂ ਪੰਛੀਆਂ ਦੀਆਂ ਜਾਤੀਆਂ ਹਨ। ਕਈ ਕਰੋੜਾਂ ਸਰਪਾਂ ਦੀਆਂ ਸੱਪਾਂ ਦੀਆਂ ਜੂਨਾਂ 'ਚ ਹੀ ਪੈਦਾ ਕੀਤੇ ਹੋਏ ਹਨ। ਕਈ ਕੋਟ ਪਾਥਰ ਬਿਰਖ ਨਿਪਜਾਏ। ਭਾਈ ਅਣਗਿਣਤ ਹੀ ਮਹਾਰਾਜ ਪੱਥਰਾਂ ਦੀ ਜੂਨ ਵਿੱਚ, ਬਿਰਖਾਂ ਦੀ ਜੂਨ ਵਿੱਚ ਨਿਪਜਾਏ ਭਾਵ ਪੈਦਾ ਕੀਤੇ ਆਪਨੇ ਵਾਹਿਗੁਰੂ ਜੀ। ਕਈ ਕੋਟ ਪਵਨ ਪਾਣੀ ਬੈ ਸੰਤਰ। ਇਹ ਵਾਹਿਗੁਰੂ ਜੀ ਕਈ ਕਰੋੜਾਂ 49 ਕਰੋੜ ਪੌਣ ਇੱਕ ਬ੍ਰਹਿਮੰਡ 'ਚ ਦੱਸਦੇ ਆ। ਕਈ ਕਰੋੜਾਂ ਪੌਣਾ ਹਨ, ਕਈ ਪਾਣੀ ਹਨ, ਕਾਲੇ ਚਿੱਟੇ ਬੈਸੰਤਰ ਆਦਿ ਕਈ ਕਰੋੜਾਂ ਦੀ ਗਿਣਤੀ 'ਚ ਹਨ ਸਾਰੇ। ਕਈ ਕੋਟ ਦੇਸ ਭੂ ਮੰਡਲ। ਕਈ ਕਰੋੜਾਂ ਦੇਸ ਹਨ, ਕਈ ਕਰੋੜਾਂ ਭੂ ਮੰਡਲ ਗੋਲਾਕਾਰ ਪ੍ਰਿਥਵੀ ਦੇ ਜਿਹੜੇ ਹਨ ਮੰਡਲਾਕਾਰ। ਕਈ ਕੋਟ ਸਸੀਅਰ ਸੂਰ ਨਿਖਤਰ। ਕਈ ਕਰੋੜਾਂ ਇੱਕ ਬ੍ਰਹਿਮੰਡ ਵਿੱਚ ਚੰਦਰਮਾ ਅਤੇ ਸੂਰਜ। ਇਸੇ ਤਰ੍ਹਾਂ ਲੱਖਾਂ ਬ੍ਰਹਿਮੰਡ ਰੋਮ ਰੋਮ 'ਚ ਰੱਖਿਆ ਹੈ। ਜਿਵੇਂ ਫੁਰਮਾਨ ਹੈ ਕੇਤੇ ਇੰਦ ਚੰਦ ਸੂਰ ਕੇਤੇ। ਕਈ ਕਰੋੜਾਂ ਚੰਦਰਮਾ ਤੇ ਸੂਰਜ ਅਤੇ ਨਖੇਤਰ ਆਦਿਕ ਹਨ। ਇਸ ਸ਼ਬਦ ਨੂੰ ਨਖੇਤਰ ਪੜ੍ਹਨਾ ਹੈ, ਜੋ ਨੰਨਾ ਖੱਖਾ ਖੱਖੇ ਦੇ ਪੈਰ 'ਚ ਅੱਧਾ ਯਈਆ ਲੱਗਾ ਹੈ। ਯਈਏ ਦੀ ਮਾਤਰਾ ਹਮੇਸ਼ਾ ਆੜੇ ਵਾਂਗੂ ਬੋਲ ਹੋਵੇਗੀ। ਨਖੇਤਰ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਕਈ ਕਰੋੜਾਂ ਦੇਵਤੇ ਹਨ, ਬ੍ਰਹਮਾ ਦੇ ਸੰਕਲਪ ਨਾਲ ਅਗਿਆਨ ਸੰਗਿਆ ਵਾਲੇ ਹਨ, ਦਾਨਵ ਹੋਣਗੇ। ਇਸੇ ਪ੍ਰਕਾਰ ਇੰਦਰ ਆਦਿਕ ਵੀ ਕਈ ਕਰੋੜਾਂ ਹਨ। ਸਵਰਗ ਦੇ ਰਾਜੇ ਸਿਰ ਉੱਤੇ ਜਿਨ੍ਹਾਂ ਦੇ ਛਤਰ ਹਨ ਸਵਰਗ ਦੇ ਰਾਜ ਦੇ। ਸਗਲ ਸਮਗਰੀ ਆਪਣੇ ਸੂਤ ਧਾਰੈ। ਇਹ ਸਾਰੀ ਜਿਹੜੀ ਸਮੱਗਰੀ ਹੈ ਨਾ, ਸਮੁਦਾਇ ਹੈ ਪਦਾਰਥਾਂ ਦਾ, ਆਪ ਦੀ ਚੇਤਨ ਰੂਪੀ ਸੱਤਾ ਹੁਕਮ ਰੂਪੀ ਸੂਤ ਵਿੱਚ ਆਪ ਹੀ ਸੱਤਾ ਰੂਪੀ ਸੂਤ ਵਿੱਚ ਧਾਰੇ ਹੋਏ ਹਨ, ਧਾਰਨ ਕੀਤੀ ਹੋਈ ਹੈ ਵਾਹਿਗੁਰੂ ਜੀ।
ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਜਿਨ੍ਹਾਂ ਜਿਨ੍ਹਾਂ ਦੀ ਭਾਵਨਾ ਮਹਾਰਾਜ ਜੀ ਪੂਰੀ ਹੋ ਜਾਂਦੀ ਹੈ, ਆਪ ਨੂੰ ਜਿਸ ਜਿਸ ਦੀ ਕਰਨੀ ਭਾ ਜਾਂਦੀ ਹੈ, ਤਿਸ ਤਿਸ ਨੂੰ ਸੰਸਾਰ ਤੋਂ ਆਪ ਤਾਰ ਦਿੰਦੇ ਹੋ। ਕਿਰਪਾ ਕਰਕੇ ਵਾਹਿਗੁਰੂ ਜੀ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕਰੋੜਾਂ ਰੱਜੋ ਗੁਣੀ ਆਦਮੀਆਂ ਖਾਣਾ ਪੀਣਾ ਜੋੜਨਾ ਹੀ ਸਮਝਦੇ ਆ। ਕਈ ਕਰੋੜਾਂ ਤਮੋ ਗੁਣੀ ਨਿਰੇ ਹੀ ਕਰੋਧੀ ਹਨ, ਜਾਂ ਖਾਂਦੇ ਹੀ ਨਹੀਂ, ਜਦ ਖਾਂਦੇ ਬਹੁਤਾ ਖਾਂਦੇ ਹਨ, ਜਾਂ ਸੌਂਦੇ ਹੀ ਨਹੀਂ, ਜੇ ਸੌਂਦੇ ਬਹੁਤਾ ਸੌਂਦੇ ਹਨ। ਅਤੇ ਕਈ ਸਤੋ ਗੁਣੀ ਹਨ, ਨਰਮ ਦਿਲ ਵਾਲੇ ਹਨ। ਕਈ ਕਰੋੜਾਂ ਹਨ, ਐਸੇ ਰਾਜਸੀ ਬ੍ਰਹਮਾ ਹੈ, ਤਾਮਸੀ ਸ਼ਿਵਜੀ ਹੈ, ਸਾਂਤਕੀ ਵਿਸ਼ਨੂੰ ਹੈ। ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ, ਭਾਈ ਕਈ ਕਰੋੜਾਂ 4 ਵੇਦ 18 ਪੁਰਾਣ 27 ਸਿਮਰਤੀਆਂ ਅਤੇ 6 ਸ਼ਾਸਤਰ, ਇਹ ਵੀ ਕਈ ਕਰੋੜਾਂ ਦੀ ਗਿਣਤੀ ਵਿੱਚ ਹਨ ਭਾਈ। ਕਈ ਕੋਟ ਕੀਏ ਰਤਨ ਸਮੁਦ, ਇੱਕ ਖੀਰ ਸਮੁੰਦਰ ਹੀ ਇਕੱਲਾ ਨਹੀਂ, ਜਿਸ ਵਿੱਚੋਂ 14 ਰਤਨ ਨਿਕਲਦੇ ਹਨ। ਇਹ ਵੀ ਕਈ ਕਰੋੜਾਂ ਸਮੁੰਦਰ ਪੈਦਾ ਕੀਤੇ ਹਨ ਵਾਹਿਗੁਰੂ ਜੀ ਆਪ ਜੀ ਨੇ। ਕਈ ਕੋਟ ਨਾਨਾ ਪ੍ਰਕਾਰ ਜੰਤ, ਪਿੱਛੇ ਪੰਕਤੀ ਜੋ ਅਸੀਂ ਹੁਣੇ ਪੜ੍ਹੀ ਹੈ ਉਸ ਵੱਲ ਥੋੜ੍ਹਾ ਜਿਹਾ ਧਿਆਨ ਦੇਣਾ ਦੁਬਾਰਾ। ਕਈ ਕੋਟ ਕੀਏ ਰਤਨ ਸਮੁਦ, ਇੱਥੇ ਇਹ ਗਿਆਨ ਰੱਖਣ ਯੋਗ ਗੱਲ ਹੈ ਕਿ ਸਤਿਗੁਰੂ ਜੀ ਨੇ ਮੰਮੇ ਉੱਪਰ ਟਿੱਪੀ ਨਹੀਂ ਲਾਈ। ਇਸ ਨੂੰ ਅਸੀਂ ਸਮੁੰਦ ਨਹੀਂ ਪੜ੍ਹ ਸਕਦੇ। ਟਿੱਪੀ ਹਮੇਸ਼ਾ ਨੱਕ 'ਚ ਬੋਲੇਗੀ ਅਤੇ ਅਸੀਂ ਇਸ ਨੂੰ ਸਮੁੰਦ ਹੀ ਪੜ੍ਹਦੇ ਹਾਂ ਜ਼ਿਆਦਾਤਰ, ਪਰ ਇਸ ਨੂੰ ਸਮੁੱਦ ਪੜ੍ਹਨਾ ਹੈ। ਇਹ ਸਤਿਗੁਰੂ ਦੀ ਜੋ ਕਰਨੀ ਹੈ, ਜੋ ਸਤਿਗੁਰੂ ਜੀ ਦੀ ਜੋ ਵੀ ਲਿਖਤ ਹੈ, ਉਸ ਨੂੰ ਅਸੀਂ ਸੱਤ ਕਰਕੇ ਮੰਨਣਾ ਹੈ। ਸੋ ਸਤਿਗੁਰੂ ਇੱਥੇ ਟਿੱਪੀ ਪਾ ਸਕਦੇ ਸੀ, ਪਰ ਸਤਿਗੁਰੂ ਜੀ ਦੀ ਕਰਨੀ ਦੇ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਸੋ ਇਸ ਨੂੰ ਕਈ ਕੋਟ ਕੀਏ ਰਤਨ ਸਮੁੱਦ, ਭਾਵੇਂ ਕਿ ਇਸ ਦਾ ਮਤਲਬ ਸਮੁੰਦਰ ਹੈ, ਪਰ ਜੋ ਸਤਿਗੁਰਾਂ ਧੁਰ ਕੀ ਬਾਣੀ ਜਿਵੇਂ ਉਚਾਰਨ ਕੀਤੀ ਹੈ, ਸਾਨੂੰ ਹੁਕਮ ਹੈ ਉਸੇ ਤਰ੍ਹਾਂ ਪੜ੍ਹਨ ਦਾ। ਅੱਗੇ ਅਸੀਂ ਪੰਕਤੀ ਪੜ੍ਹੀ ਸੀ, ਕਈ ਕੋਟ ਨਾਨਾ ਪ੍ਰਕਾਰ ਜੰਤ। ਸਤਿਗੁਰੂ ਜੀ ਫਰਮਾਉਂਦੇ ਕਈ ਕਰੋੜਾਂ ਨਾਨਾ ਨਿੱਕੇ ਪ੍ਰਕਾਰ ਦੇ ਜੰਤ, ਜਿਹੜੇ ਖੁਰਦਬੀਨ ਨਾਲ ਵੀ ਨਾ ਦੇਖੇ ਜਾਣ, ਇਹੋ ਜਿਹੇ ਪ੍ਰਕਾਰ ਦੇ ਜੀਵ ਬਣਾਏ ਆ। ਇਹ ਸੱਚੇ ਪਾਤਸ਼ਾਹ ਜੀ, ਨਾਨਾ ਤਰ੍ਹਾਂ ਦੇ ਸੁਭਾਵਾਂ ਵਾਲੇ ਜੰਤ ਤੈਂ ਬਣਾਉਣਾ ਕੀਤੇ ਹਨ ਵਾਹਿਗੁਰੂ ਜੀ। ਕਈ ਕੋਟ ਕੀਏ ਚਿਰ ਜੀਵੇ, ਕਈ ਕਰੋੜਾਂ ਚਿਰੰਜੀਵੀ ਹਨ, ਜਿਵੇਂ ਕਾਮ ਬਿਸੁੰਡ ਆਦਿਕ, ਬਿਗਦਲਾ ਲਗ ਮੁਨੀ ਆਦਿਕ ਚਿਰੰਜੀਵੀ ਬਣਾਏ ਹੋਏ ਹਨ। ਕਈ ਕੋਟ ਗਿਰੀ ਮੇਰ ਸੁਵਰਨ ਥੀਵੇ, ਕਈ ਕਰੋੜਾਂ ਮਹਾਰਾਜ ਸੱਚੇ ਪਾਤਸ਼ਾਹ ਗਿਰੀ ਮੇਰ ਪਹਾੜ ਬਣਾਏ ਹੋਏ ਹਨ, ਅਤੇ ਪਹਾੜਾਂ ਦੇ ਮੇਰ ਸ਼੍ਰੋਮਣੀ ਸਵਰਨ ਦੇ ਸਮੇਰ ਪਰਬਤ ਆਦਿਕ, ਗਿਰੀ ਨਦੀਆਂ ਆਦਿਕ ਕਰੋੜਾਂ ਹਨ, ਥੀਵੇ ਹੋਏ ਹਨ। ਕਈ ਕੋਟ ਜਖ ਕਿੰਨਰ ਪਿਸਾਚ, ਕਈ ਕਰੋੜਾਂ ਜਖ ਦੇਵਤਿਆਂ ਦੇ ਨਿਰਤਕਾਰੀ ਕਰਨ ਵਾਲੀ ਜਿਹੜੀ ਜਾਤੀਆਂ ਜਖ ਇਹਨਾਂ ਦਾ ਨਾਂ ਹੈ, ਜਤ ਵਾਲੇ ਹਨ। ਕਿੰਨਰ ਕਿੰਚਿਤ ਮਾਤਰ ਆਦਮੀ ਦਾ ਆਕਾਰ ਤੇ ਕਿੰਚਿਤ ਮਾਤਰ ਘੋੜੇ ਦਾ ਆਕਾਰ, ਇਹ ਦੇਵਤਿਆਂ ਦੇ ਸਾਜ਼ ਵਜਾਉਣ ਵਾਲੇ ਹਨ। ਮੁਸਲਮਾਨ ਦੇ ਮੱਤ 'ਚ ਉੱਪਰਲਾ ਆਦਮੀ ਦਾ ਹੈ ਤੇ ਥੱਲੇ ਘੋੜੇ ਦਾ ਹਿੱਸਾ ਹੈ, ਇਹ ਕਿੰਨਰ ਹੈ। ਤੇ ਹਿੰਦੂਆਂ ਦੇ ਮੱਤ ਵਿੱਚ ਥੱਲੜਾ ਹਿੱਸਾ ਆਦਮੀ ਦਾ ਹੈ ਤੇ ਉੱਪਰਲਾ ਹਿੱਸਾ ਘੋੜੇ ਦਾ ਹੈ, ਜੋ ਸਾਜ਼ ਵਜਾਉਂਦੇ ਆ। ਇਹ ਸਾਜ਼ ਮਾਸ ਖਾਣੇ ਲੋਕ ਆ, ਉਹ ਵੀ ਅਨੇਕਾਂ ਹੀ ਜੂਨਾਂ ਹਨ, ਕਈ ਕਰੋੜਾਂ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਈ ਕਰੋੜਾਂ ਭੂਤਾਂ ਦੀਆਂ ਜੂਨਾਂ ਹਨ,
ਜਿਹੜੇ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਪਾਸੇ ਕੁਕਰਮ ਕਰਦੇ ਭੂਤ ਜੂਨ ਨੂੰ ਪ੍ਰਾਪਤ ਹੁੰਦੇ ਹਨ। ਕਈਆਂ ਦੇ ਸ਼ਿਵੇ ਨੂੰ ਜਗਾਉਣ ਤੋਂ ਭੂਤ ਬਣੇ ਹੋਏ ਹੁੰਦੇ ਆ। ਪ੍ਰੇਤ ਜਿਹੜੇ ਮੰਦਰਾਂ ਦੀ ਇੱਛਾ ਕਰਕੇ ਮਰਦੇ ਹਨ ਅਤੇ ਸੂਕਰ ਸੂਰਾਂ ਦੀ ਜੂਨ ਹਨ। ਮਿਰਗਾਚ ਮਿਰਗਾਂ ਨੂੰ ਖਾਣ ਵਾਲੇ ਹਨ। ਸ਼ੇਰ ਆਦਿਕ ਹਨ ਤੇ ਸ਼ੇਰਾਂ ਨੂੰ ਖਾਣ ਵਾਲੇ ਸਰਵੇ ਆਦਿ ਜਾਨਵਰ ਵੀ ਜਿਹੜੇ ਸ਼ੇਰ ਦੇ ਮਾਸ ਤੋਂ ਇਲਾਵਾ ਕੁਝ ਨਹੀਂ ਖਾਂਦੇ। ਇਹ ਕਰੋੜਾਂ ਹੀ ਜੂਨਾਂ ਹਨ। ਸਭ ਤੇ ਨੇੜੈ ਸਭਹੁ ਤੇ ਦੂਰ। ਮੇਰਾ ਵਾਹਿਗੁਰੂ ਸਾਰਿਆਂ ਤੋਂ ਨੇੜੇ ਆਤਮਾ ਹੈ, ਸਾਰਿਆਂ ਦਾ, ਅਤੇ ਸਾਰਿਆਂ ਤੋਂ ਦੂਰ ਪਾਪ ਪੁੰਨ ਤੋਂ ਪਰੇ ਹੈ, ਜੰਮਣ ਮਰਨ ਤੋਂ ਰਹਿਤ ਹੈ। ਨਾਨਕ ਆਪ ਅਲਿਪਤ ਰਹਿਆ ਭਰਪੂਰ। ਸਤਿਗੁਰੂ ਜੀ ਕਹਿ ਰਹੇ ਆ, ਆਪ ਪਰਮੇਸ਼ਰ ਨਿਰਲੇਪ ਹੈ ਅਤੇ ਉਹ ਸਾਰਿਆਂ ਥਾਵਾਂ ਤੇ ਵਿਆਪਕ ਹੋ ਰਿਹਾ ਹੈ, ਲਬਾ ਲਬ ਭਰਪੂਰ ਹੋ ਰਿਹਾ ਹੈ ਸਾਰਿਆਂ ਦੇ ਅੰਦਰ। ਜਿਵੇਂ ਸੂਰਜ ਇੱਕ ਹੈ, ਚੰਦਰਮਾ ਇੱਕ ਹੈ ਔਰ ਅਸੀਂ ਦੇਖਣ ਵਿੱਚ ਇੱਕ ਦੇਖਦੇ ਹਾਂ, ਉਸ ਚੰਦਰਮੇ ਦੇ ਥੱਲੇ ਧਰਤੀ ਤੇ ਕਈ ਹਜ਼ਾਰਾਂ ਘੜੇ ਭਰ ਕੇ ਪਾਣੀ ਦੇ ਰੱਖ ਦਿਓ, ਸਾਰੇ ਹੀ ਘੜਿਆਂ ਵਿੱਚ ਉਸ ਇੱਕ ਚੰਦਰਮੇ ਦਾ ਅੰਕ ਜੋ ਅੰਸ਼ ਪੈਂਦਾ ਹੈ ਉਹ ਸਾਰੇ ਘੜਿਆਂ 'ਚ ਪਵੇਗਾ। ਜਿਹੜੇ ਘੜੇ 'ਚ ਵੀ ਵੇਖਾਂਗੇ ਇੱਕ ਇੱਕ ਚੰਦਰਮਾ ਸਾਨੂੰ ਨਜ਼ਰ ਆਵੇਗਾ। ਹਜ਼ਾਰਾਂ ਹੀ ਚੰਦਰਮੇ ਦਿਸਦੇ ਘੜਿਆਂ ਵਿੱਚ, ਹਜ਼ਾਰਾਂ ਘੜਿਆਂ ਵਿੱਚ ਹਜ਼ਾਰਾਂ ਹੀ ਚੰਦਰਮੇ। ਉੱਪਰ ਨੂੰ ਦੇਖੀਏ ਤੇ ਇੱਕ ਚੰਦਰਮਾ। ਇਸੇ ਤਰ੍ਹਾਂ ਪਰਮੇਸ਼ਰ ਦੀ ਜਿਹੜੀ ਜੋਤ ਹੈ ਉਹ ਸਭ ਮਹਿ ਜੋਤ ਜੋਤ ਹੈ ਸੋਏ। ਸਤਿਗੁਰੂ ਜਿਵੇਂ ਕਹਿੰਦੇ, ਸਹਿਸ ਤਵ ਨੈਣ ਨਨ ਨੈਣ ਹੈ ਤੋਹਿ ਕੋ, ਸਹਿਸ ਮੂਰਤ ਨਨਾ ਏਕ ਤੋਹਿ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਤਿਗੁਰੂ ਕਹਿੰਦੇ, ਭਾਈ ਇਹ ਸਾਰੇ ਸਹਿਸ ਹਜ਼ਾਰਾਂ ਨੈਣ ਤੇਰੇ ਹੀ ਹਨ, ਉੱਦਾਂ ਤੇਰਾ ਕੋਈ ਨੈਣ ਨਹੀਂ ਪਰਮੇਸ਼ਰ ਜੀ। ਇਹ ਸਾਰੀਆਂ ਜ਼ੁਬਾਨਾਂ, ਇਹ ਸਾਰੀਆਂ ਹੱਥ ਪੈਰ ਤੇਰੇ ਹੀ ਹਨ। ਉਸ ਤਰ੍ਹਾਂ ਤੇਰੀ ਕੋਈ ਜ਼ੁਬਾਨ ਨਹੀਂ, ਉਸ ਤਰ੍ਹਾਂ ਤੇਰੀ ਕੋਈ ਜੀਭਾ ਨਹੀਂ, ਪਰ ਜੋ ਜੀਵ ਜੰਤ ਹਨ ਇਹ ਸਾਰੇ ਤੇਰੇ ਹੀ ਰਚੇ ਹੋਏ ਹਨ। ਸੋ ਸਾਧ ਸੰਗਤ ਜੀ, ਇਹ ਸੀ 9ਵੀਂ ਪੌੜੀ ਦੀ 9ਵੀਂ ਅਸ਼ਟਪਦੀ ਦੀ 4 ਪਦਿਆਂ ਤੱਕ ਵਿਚਾਰ ਅਸੀਂ ਕੀਤੀ ਹੈ। ਆਡੀਓ ਲੰਬੀ ਬਣਨ ਦਾ ਥੋੜ੍ਹਾ ਜਿਹਾ ਸਾਨੂੰ ਡਰ ਹੁੰਦਾ ਹੈ, ਸੰਗਤ ਲੰਬੀ ਆਡੀਓ ਸੁਣ ਨਹੀਂ ਪਾਉਂਦੀ, ਸੋ ਇਸ ਕਰਕੇ ਅਸੀਂ ਆਡੀਓ ਦੀ ਸੀਮਾ ਰੱਖੀ ਹੈ। ਸਤਿਗੁਰੂ ਕਿਰਪਾ ਕਰਨ, ਇੱਕ ਅਸ਼ਟਪਦੀ 'ਚੋਂ ਅਸੀਂ 2 ਜਾਂ 3 ਆਡੀਓ ਬਣਾ ਰਹੇ ਹਾਂ ਸਤਿਗੁਰੂ ਦੀ ਮਿਹਰ ਨਾਲ, ਤਾਂ ਕਿ ਸੌਖਾ ਸਰਵਣ ਕਰਨ ਵਿੱਚ ਵੀ ਸਾਨੂੰ ਸੁਖੈਨ ਹੋ ਜਾਵੇ। ਸੋ 4 ਇਸ ਦੇ ਪਦੇ ਹੋਰ ਰਹਿ ਗਏ। ਇਸੇ ਅਸ਼ਟਪਦੀ ਦੇ ਕੁੱਲ 8 ਪਦੇ ਹੁੰਦੇ ਹਨ। ਆਓ ਇੱਥੇ 4 ਪਦਿਆਂ ਤੱਕ ਜੋ ਵਿਚਾਰ ਹੋਈ ਹੈ, ਇਹਨਾਂ 2 ਪੰਕਤੀਆਂ ਨੂੰ ਪੜ੍ਹ ਕੇ ਗਾ ਕੇ ਸਰਵਣ ਕਰਨਾ ਕਰੀਏ ਜੀ। ਸਭ ਤੇ ਨੇੜੈ ਸਭਹੁ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।